हाँ जी, स्वागत है ਤੁਹਾਡਾ ਸਾਰਿਆਂ ਦਾ ਸਾਡੇ YouTube ਚੈਨਲ ਗਿਆਮ ਸਟੱਡੀ ਵਿਦ ਜੌਬ ਅਲਰਟ ਤੇ। ਸੋ ਸੋਸ਼ਲ ਸਟੱਡੀ ਦੀ ਕਲਾਸ ਜਿਹੜੀ ਸਟਾਰਟ ਕਰੀ ਹੋਈ ਹੈ। ਸੋ 10 ਵਜੇ ਦੀ ਟਾਈਮ ਰਹੇਗਾ। ਸੋ ਭਾਗ 3 ਅਗਲੇ ਨਵੇਂ ਪ੍ਰਸ਼ਨ ਉੱਤਰ ਲੈ ਕੇ ਆਏ ਹਾਂ। ਸੰਵਿਧਾਨ ਨਾਲ ਸੰਬੰਧਿਤ ਇਹ ਸਾਰੇ ਪ੍ਰਸ਼ਨ ਉੱਤਰ ਨੇ। ਸੋ ਜੋ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਨੇ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਬੈਲ ਆਈਕਨ ਨਾਲ ਤੇ ਪ੍ਰੈਸ ਜ਼ਰੂਰ ਕਰ ਲਿਓ ਤਾਂ ਤੁਹਾਨੂੰ ਹਰ ਇੱਕ ਅਪਡੇਟ ਸਮੇਂ ਸਿਰ ਮਿਲਦੀ ਰਹੇ। ਤਾਂ ਸਟਾਰਟ ਕਰਦੇ ਹਾਂ ਜੀ ਅਗਲੇ ਨਵੇਂ ਪ੍ਰਸ਼ਨ ਉੱਤਰ। ਅਗਲਾ ਪ੍ਰਸ਼ਨ ਹੈ, ਭਾਰਤੀ ਸੰਵਿਧਾਨ ਦੀ ਜੋ ਪ੍ਰਸਤਾਵਨਾ ਹੈ ਇਹਦੇ ਵਿੱਚ ਹੁਣ ਤੱਕ ਕਿੰਨੀ ਵਾਰ ਸੋਧ ਹੈ ਜਿਹੜੀ ਉਹ ਕੀਤੀ ਜਾ ਚੁੱਕੀ ਹੈ? ਤਾਂ ਇਹ ਕੀਤੀ ਜਾ ਚੁੱਕੀ ਹੈ ਜੀ ਇੱਕ ਵਾਰ। ਜੋ ਭਾਰਤੀ ਸੰਵਿਧਾਨ ਦੀ ਪ੍ਰਸਤਾਵਨਾ ਇਹਦੇ ਵਿੱਚ ਇੱਕ ਵਾਰ ਹੈ ਜਿਹੜੀ ਸੋਧ ਹੈ ਜਿਹੜੀ ਉਹ ਕੀਤੀ ਜਾ ਚੁੱਕੀ ਹੈ। ਅਗਲਾ ਪ੍ਰਸ਼ਨ ਹੈ ਕਿ ਇਸ ਸੰਵਿਧਾਨ ਸੋਧ ਦੇ ਤਹਿਤ ਸਿੱਕਮ ਨੂੰ ਭਾਰਤ ਦਾ 22ਵਾਂ ਰਾਜ ਸੀ ਜਿਹੜਾ ਘੋਸ਼ਿਤ ਕੀਤਾ ਗਿਆ ਸੀ। ਤਾਂ ਉਹ ਕੀਤਾ ਗਿਆ ਸੀਗਾ ਜੀ 36ਵੀਂ ਸੰਵਿਧਾਨਕ ਸੋਧ ਅਤੇ 1975 ਨੂੰ। ਇਸ ਸੰਵਿਧਾਨਕ ਸੋਧ ਦੇ ਤਹਿਤ ਸਿੱਕਮ ਨੂੰ ਭਾਰਤ ਦਾ 22ਵਾਂ ਰਾਜ ਸੀ ਜਿਹੜਾ ਉਹ ਘੋਸ਼ਿਤ ਕੀਤਾ ਗਿਆ ਸੀ। ਅਗਲਾ ਪ੍ਰਸ਼ਨ ਹੈ, ਡਾਕਟਰ BR ਅੰਬੇਦਕਰ ਨੇ ਕਿਸ ਮੌਲਿਕ ਅਧਿਕਾਰ ਨੂੰ ਭਾਰਤੀ ਸੰਵਿਧਾਨ ਦਾ ਦਿਲ ਅਤੇ ਆਤਮਾ ਕਿਹਾ ਸੀ? ਤਾਂ ਇਹ ਕਿਹਾ ਸੀਗਾ ਜੀ ਸੰਵਿਧਾਨਕ ਉਪਚਾਰਾਂ ਦੇ ਅਧਿਕਾਰਾਂ ਨੂੰ ਡਾਕਟਰ BR ਅੰਬੇਦਕਰ ਨੇ ਭਾਰਤੀ ਸੰਵਿਧਾਨ ਦਾ ਦਿਲ ਅਤੇ ਆਤਮਾ ਕਿਹਾ ਸੀ। ਇਹ ਕੁਐਸਚਨ ਮੋਸਟ ਇੰਪੋਰਟੈਂਟ ਹੈ। ਸੋ ਲਗਭਗ ਐਗਜ਼ਾਮ ਦੇ ਵਿੱਚ ਪੁੱਛਿਆ ਜਾਂਦਾ ਹੈ। ਅਗਲਾ ਪ੍ਰਸ਼ਨ ਹੈ, ਦਲ ਬਦਲ ਵਿਰੋਧੀ ਕਾਨੂੰਨ ਤੋਂ ਸੰਵਿਧਾਨ ਦੀ ਕਿਹੜੀ ਸੋਧ ਸੰਬੰਧਿਤ ਹੈ? ਤਾਂ ਇਹ ਹੈ ਜੀ 52ਵੀਂ ਸੋਧ। ਸਰਕਾਰੀ ਆਯੋਗ ਕਿਸ ਵਿਸ਼ੇ ਨਾਲ ਸੰਬੰਧਿਤ ਹੈ? ਤਾਂ ਇਹ ਸੰਬੰਧਿਤ ਹੈ ਜੀ ਕੇਂਦਰ ਰਾਜ ਸੰਬੰਧ ਦੀ ਜਾਂਚ ਨਾਲ। ਜੋ ਸਰਕਾਰੀ ਆਯੋਗ ਹੈ ਇਸ ਦਾ ਵਿਸ਼ਾ ਹੈਗਾ ਜਾਂ ਇਸ ਵਿਸ਼ੇ ਨਾਲ ਸੰਬੰਧਿਤ ਹੈ ਕੇਂਦਰ ਰਾਜ ਸੰਬੰਧ ਦੀ ਜਾਂਚ ਨਾਲ। ਭਾਰਤੀ ਸੰਵਿਧਾਨ ਵਿੱਚ ਪ੍ਰਦੱਤ ਮੂਲਭੂਤ ਅਧਿਕਾਰਾਂ ਨੂੰ ਨਿਲੰਬਿਤ ਕਰਨ ਵਾਲੀ ਸੱਤਾ ਕਿਹੜੀ ਹੈ? ਤਾਂ ਉਹ ਹੈ ਜੀ ਰਾਸ਼ਟਰਪਤੀ। ਜੋ ਮੂਲ ਅਧਿਕਾਰਾਂ ਨੂੰ ਨਿਲੰਬਿਤ ਕਰ ਸਕਦੇ ਨੇ। ਯੋਜਨਾ ਆਯੋਗ ਦਾ ਗਠਨ 1950 ਦੇ ਵਿੱਚ ਕਿਸ ਦੇ ਦੁਆਰਾ ਹੋਇਆ ਸੀ? ਤਾਂ ਇਹ ਹੋਇਆ ਸੀਗਾ ਜੀ ਮੰਤਰੀ ਮੰਡਲ ਦੇ ਫੈਸਲੇ ਦੇ ਦੁਆਰਾ। ਇਹ ਤੇ ਕੁਐਸਚਨ ਪੁੱਛੇ ਜਾ ਸਕਦੇ ਆ, ਯੋਜਨਾ ਆਯੋਗ ਦਾ ਗਠਨ ਕਦੋਂ ਹੋਇਆ ਸੀ? 1950 ਦੇ ਵਿੱਚ। ਅਗਰ ਇਹ ਪੁੱਛਿਆ ਜਾਂਦਾ ਕਿਸ ਦੇ ਦੁਆਰਾ ਹੋਇਆ ਸੀ ਤਾਂ ਇਹ ਹੋਇਆ ਸੀ ਮੰਤਰੀ ਮੰਡਲ ਦੇ ਫੈਸਲੇ ਦੁਆਰਾ। ਸੰਵਿਧਾਨ ਸਭਾ ਦੇ ਮੈਂਬਰਾਂ ਨੂੰ ਕਿਸ ਨੇ ਪ੍ਰਤੱਖ ਰੂਪ ਵਿੱਚ ਨਿਰਵਾਚਿਤ ਕੀਤਾ ਸੀ? ਤਾਂ ਇਹ ਕੀਤਾ ਸੀਗਾ ਜੀ ਪ੍ਰਾਂਤਾਂ ਦੀਆਂ ਵਿਧਾਨ ਸਭਾਵਾਂ ਨੇ। ਭਾਰਤੀ ਸੰਵਿਧਾਨ ਦੀ ਸੋਧ ਪ੍ਰਕਿਰਿਆ ਕਿਸ ਦੇਸ਼ ਦੇ ਸੰਵਿਧਾਨ ਤੋਂ ਪ੍ਰਭਾਵਿਤ ਹੈ? ਤਾਂ ਇਹ ਹੈ ਜੀ ਦੱਖਣੀ ਅਫਰੀਕਾ ਦੇ ਸੰਵਿਧਾਨ ਤੋਂ। ਪੰਚਾਇਤੀ ਰਾਜ ਅਧਿਨਿਯਮ 1992 ਦੁਆਰਾ ਸੰਵਿਧਾਨ ਵਿੱਚ ਕਿਹੜੀ ਅਨੁਸੂਚੀ ਸੀ ਜਿਹੜੀ ਜੋੜੀ ਗਈ ਸੀ? ਤਾਂ ਇਹ ਸੀ ਜੀ 11ਵੀਂ ਅਨੁਸੂਚੀ ਜੋ ਪੰਚਾਇਤੀ ਰਾਜ ਅਧਿਨਿਯਮ 1992 ਦੁਆਰਾ ਸੰਵਿਧਾਨ ਦੇ ਵਿੱਚ ਜੋੜੀ ਗਈ ਸੀ। ਰਾਜ ਦੇ ਨੀਤੀ ਨਿਰਦੇਸ਼ਕ ਤੱਤਾਂ ਦਾ ਵਰਣਨ ਸੰਵਿਧਾਨ ਦੇ ਕਿਹੜੇ ਭਾਗ ਦੇ ਵਿੱਚ ਮੌਜੂਦ ਹੈ? ਤਾਂ ਇਹ ਹੈ ਜੀ ਭਾਗ 4 ਦੇ ਵਿੱਚ। ਭਾਗ 4 ਵਿੱਚ ਰਾਜ ਦੇ ਨੀਤੀ ਦੇ ਨਿਰਦੇਸ਼ਕ ਜੋ ਤੱਤ ਨੇ ਜਾਂ ਸਿਧਾਂਤ ਨੇ ਇਹਨਾਂ ਦਾ ਵਰਣਨ ਕੀਤਾ ਗਿਆ ਹੈ। ਲੋਕ ਸਭਾ ਦੀ ਮੈਂਬਰਤਾ ਵਾਸਤੇ ਘੱਟੋ ਘੱਟ ਉਮਰ ਸੀਮਾ ਕੀ ਹੈ? ਤਾਂ ਇਹ ਜੀ 25 ਸਾਲ। ਭਾਰਤੀ ਸੰਵਿਧਾਨ ਅਨੁਸਾਰ ਰਾਜਨੀਤਿਕ ਸ਼ਕਤੀ ਦਾ ਆਧਾਰ ਕੀ ਹੈ? ਤਾਂ ਇਹ ਜੀ ਭਾਰਤ ਦੀ ਜਨਤਾ। ਜੋ ਭਾਰਤੀ ਸੰਵਿਧਾਨ ਦੇ ਅਨੁਸਾਰ ਰਾਜਨੀਤਿਕ ਸ਼ਕਤੀ ਦਾ ਆਧਾਰ ਹੈ। ਮਿਨੀ ਕੌਨਸਟੀਟਿਊਸ਼ਨ ਕਿਸ ਨੂੰ ਕਿਹਾ ਜਾਂਦਾ ਹੈ? ਤਾਂ ਇਹ ਕਿਹਾ ਜਾਂਦਾ ਹੈ ਜੀ 42ਵੀਂ ਸੰਵਿਧਾਨਕ ਸੋਧ ਨੂੰ। ਭਾਰਤੀ ਸੰਵਿਧਾਨ ਕਿਸ ਪ੍ਰਕਾਰ ਦੀ ਨਾਗਰਿਕਤਾ ਪ੍ਰਦਾਨ ਕਰਦਾ ਹੈ? ਏਕਲ ਯਾਨੀ ਕਿ ਇਕਹਿਰੀ ਪ੍ਰਕਾਰ ਦੀ। ਸੰਵਿਧਾਨ ਸਭਾ ਦੇ ਸਥਾਈ ਪ੍ਰਧਾਨ ਕੌਣ ਸਨ? ਤਾਂ ਉਹ ਸੀਗੇ ਜੀ ਡਾਕਟਰ ਰਾਜਿੰਦਰ ਪ੍ਰਸਾਦ।
ਬ੍ਰਿਟਿਸ਼ ਸਰਕਾਰ ਦੁਆਰਾ ਇੰਡੀਅਨ ਇੰਡੀਪੈਂਡੈਂਸ ਐਕਟ ਕਦੋਂ ਪਾਰਿਤ ਕੀਤਾ ਗਿਆ ਸੀ? ਤਾਂ ਇਹ ਕੀਤਾ ਗਿਆ ਸੀਗਾ ਜੀ ਜੁਲਾਈ 1947 ਦੇ ਵਿੱਚ। ਸੰਵਿਧਾਨ ਬਣਾਉਣ ਵਾਲੀ ਪ੍ਰਾਰੂਪ ਸਮਿਤੀ ਦੇ ਪ੍ਰਧਾਨ ਕੌਣ ਸਨ? ਤਾਂ ਇਹ ਸੀਗੇ ਡਾਕਟਰ ਭੀਮ ਰਾਵ ਅੰਬੇਦਕਰ। ਜੰਮੂ ਕਸ਼ਮੀਰ ਰਾਜ ਦੇ ਵਿਸ਼ੇਸ਼ ਦਰਜੇ ਤੋਂ ਸੰਵਿਧਾਨ ਦਾ ਕਿਹੜਾ ਅਨੁਛੇਦ ਹੈ? ਸੋ ਓਲਡ ਕੁਐਸਚਨ ਹੈ ਇਹ। ਤਾਂ ਇਹ ਹੈ ਜੀ 370, ਜੋ ਹੁਣ ਇਹ ਧਾਰਾ ਹੈ ਜਿਹੜੀ ਖਤਮ ਕਰ ਦਿੱਤੀ ਗਈ ਹੈ। ਭਾਰਤ ਦੇ ਸੰਵਿਧਾਨ ਦੇ ਵਿੱਚ ਪਹਿਲੀ ਸੋਧ ਕਦੋਂ ਕੀਤੀ ਗਈ ਸੀ? ਤਾਂ ਇਹ ਕੀਤੀ ਗਈ ਸੀ ਜੀ 1951 ਦੇ ਵਿੱਚ। ਪਹਿਲੀ ਸੰਵਿਧਾਨਕ ਸੋਧ ਅਧਿਨਿਯਮ ਕਦੋਂ ਬਣਾਇਆ ਗਿਆ ਸੀ? ਇਹ ਬਣਾਇਆ ਗਿਆ ਸੀ 1951 ਦੇ ਵਿੱਚ। ਰਾਸ਼ਟਰਪਤੀ ਬਣਨ ਲਈ ਕਿਸੇ ਵਿਅਕਤੀ ਦੀ ਉਮਰ ਕਿੰਨੀ ਹੋਣੀ ਚਾਹੀਦੀ ਹੈ? ਤਾਂ ਇਹ ਜੀ 35 ਸਾਲ ਘੱਟੋ ਘੱਟ। ਉਪ ਰਾਸ਼ਟਰਪਤੀ ਦੇ ਚੁਣਾਵ ਵਿੱਚ ਮਤਦਾਤਾ ਕੀ ਹੁੰਦੇ ਨੇ ਜਾਂ ਕੌਣ ਹੁੰਦੇ ਨੇ? ਤਾਂ ਇਹ ਹੁੰਦੇ ਆ ਜੀ ਲੋਕ ਸਭਾ ਅਤੇ ਰਾਜ ਸਭਾ ਦੇ ਸਾਰੇ ਮੈਂਬਰ, ਜੋ ਉਪ ਰਾਸ਼ਟਰਪਤੀ ਦੇ ਚੁਣਾਵ ਵਿੱਚ ਮਤਦਾਤਾ ਹੁੰਦੇ ਨੇ, ਯਾਨੀ ਕਿ ਵੋਟ ਪਾਉਣ ਵਾਲੇ ਹੁੰਦੇ ਨੇ ਜਦੋਂ ਉਪ ਰਾਸ਼ਟਰਪਤੀ ਦਾ ਚੁਣਾਵ ਹੁੰਦਾ ਹੈ। ਕਿਸ ਦੀ ਮਨਜ਼ੂਰੀ ਬਿਨਾਂ ਰਾਜ ਦੀ ਵਿਧਾਨ ਸਭਾ ਦੇ ਵਿੱਚ ਕੋਈ ਧਨ ਬਿੱਲ ਹੈ ਜਿਹੜਾ ਉਹ ਪੇਸ਼ ਨਹੀਂ ਕੀਤਾ ਜਾ ਸਕਦਾ? ਤਾਂ ਉਹ ਹੈ ਜੀ ਰਾਜਪਾਲ ਦੀ ਮਨਜ਼ੂਰੀ ਤੋਂ ਬਿਨਾਂ। ਰਾਸ਼ਟਰਪਤੀ ਦਾ ਭਾਸ਼ਣ ਕੌਣ ਤਿਆਰ ਕਰਦਾ ਹੈ? ਤਾਂ ਉਹ ਕਰਦਾ ਹੈ ਜੀ ਕੇਂਦਰੀ ਮੰਤਰੀ ਮੰਡਲ। ਸੁਤੰਤਰ ਭਾਰਤ ਵਿੱਚ ਰਾਜ ਸਭਾ ਦੇ ਪਹਿਲੇ ਸਭਾਪਤੀ ਕੌਣ ਸਨ? ਤਾਂ ਉਹ ਸੀਗੇ ਜੀ ਡਾਕਟਰ ਸਰਵਪੱਲੀ ਰਾਧਾ ਕ੍ਰਿਸ਼ਨਨ, ਜੋ ਸੁਤੰਤਰ ਯਾਨੀ ਕਿ ਆਜ਼ਾਦ ਭਾਰਤ ਵਿੱਚ ਰਾਜ ਸਭਾ ਦੇ ਪਹਿਲੇ ਸਭਾਪਤੀ ਸੀ। ਇੱਕ ਸਾਲ ਵਿੱਚ ਘੱਟੋ ਘੱਟ ਕਿੰਨੀ ਵਾਰ ਸੰਸਦ ਦੀ ਬੈਠਕ ਹੋਣਾ ਜ਼ਰੂਰੀ ਹੈ? ਤਾਂ ਇਹ ਜੀ 2 ਵਾਰ। ਕਿਸ ਰਾਜ ਦਾ ਲੋਕ ਸਭਾ ਅਤੇ ਰਾਜ ਸਭਾ ਵਿੱਚ ਸਭ ਤੋਂ ਜ਼ਿਆਦਾ ਪ੍ਰਤੀਨਿਧਿਤਵ ਹੈ? ਤਾਂ ਉਹ ਹੈ ਜੀ ਉੱਤਰ ਪ੍ਰਦੇਸ਼ ਦਾ। ਭਾਰਤ ਵਿੱਚ ਸੰਘ ਰਾਜਾਂ ਦਾ ਸ਼ਾਸਨ ਹੁੰਦਾ ਹੈ? ਤਾਂ ਇਹ ਹੁੰਦਾ ਜੀ ਰਾਸ਼ਟਰਪਤੀ ਦੇ ਦੁਆਰਾ। ਭਾਰਤ ਸਰਕਾਰ ਦਾ ਮੁੱਖ ਵਿਧੀ ਸਲਾਹਕਾਰ ਕੌਣ ਹੈ? ਭਾਰਤ ਦਾ ਮਹਾਨਿਆਂਵਾਦੀ, ਜਿਹਨੂੰ ਅਟਾਰਨੀ ਜਨਰਲ ਆਫ ਇੰਡੀਆ ਕਿਹਾ ਜਾਂਦਾ ਹੈ, ਜੋ ਭਾਰਤ ਸਰਕਾਰ ਦਾ ਮੁੱਖ ਵਿਧੀ ਸਲਾਹਕਾਰ ਹੈ। ਰਾਜ ਸਭਾ ਵਿੱਚ ਰਾਜਾਂ ਨੂੰ ਸਭ ਤੋਂ ਜ਼ਿਆਦਾ ਪ੍ਰਤੀਨਿਧਿਤਵ ਕਿਸ ਰਾਜ ਦਾ ਹੈ ਅਤੇ ਕਿੰਨਾ ਹੈ? ਤਾਂ ਇਹ ਹੈ ਜੀ ਉੱਤਰ ਪ੍ਰਦੇਸ਼ ਦਾ 34। ਭਾਰਤ ਵਿੱਚ ਰਾਸ਼ਟਰਪਤੀ ਚੋਣ ਲਈ ਨਿਰਵਾਚਨ ਮੰਡਲ ਦੇ ਮੈਂਬਰ ਕੌਣ ਹੁੰਦੇ ਨੇ? ਤਾਂ ਇਹ ਹੁੰਦੇ ਨੇ ਜੀ ਲੋਕ ਸਭਾ, ਰਾਜ ਸਭਾ ਅਤੇ ਰਾਜ ਵਿਧਾਨ ਸਭਾਵਾਂ ਦੇ ਮੈਂਬਰ। ਲੋਕ ਸਭਾ ਦੇ ਪਹਿਲੇ ਉਪ ਪ੍ਰਧਾਨ ਕੌਣ ਸਨ? ਤਾਂ ਇਹ ਸੀਗੇ ਜੀ ਅਨੰਤ ਸੈਨਮ ਅਯੰਗਰ। ਪਾਂਡੇਚੇਰੀ ਦੇ ਪ੍ਰਸ਼ਾਸਕ ਅਤੇ ਅੰਡੇਮਾਨ ਨਿਕੋਬਾਰ ਦੀਪ ਸਮੂਹ ਦੇ ਪ੍ਰਸ਼ਾਸਕ ਨੂੰ ਕੀ ਕਹਿੰਦੇ ਹਨ? ਤਾਂ ਕਿਹਾ ਜਾਂਦਾ ਜੀ ਉਪ ਰਾਜਪਾਲ। ਬਿਹਾਰ ਵਿੱਚ ਲੋਕ ਸਭਾ ਅਤੇ ਰਾਜ ਸਭਾ ਲਈ ਕਿੰਨੀਆਂ ਸੀਟਾਂ ਨਿਰਧਾਰਤ ਕੀਤੀਆਂ ਗਈਆਂ ਹਨ? ਤਾਂ ਇਹਦੇ ਵਿੱਚ ਲੋਕ ਸਭਾ ਦੀ 40 ਅਤੇ ਰਾਜ ਸਭਾ ਲਈ 16 ਸੀਟਾਂ ਨੇ ਜਿਹੜੀਆਂ ਬਿਹਾਰ ਵਿੱਚ ਨਿਰਧਾਰਤ ਕੀਤੀਆਂ ਗਈਆਂ। ਰਾਜ ਦੇ ਨੀਤੀ ਨਿਰਦੇਸ਼ਕ ਤੱਤਾਂ ਦਾ ਵਰਣਨ ਸੰਵਿਧਾਨ ਦੇ ਕਿਹੜੇ ਭਾਗ ਵਿੱਚ ਹੈ? ਤੇ ਹੈ ਜੀ ਚੌਥੇ ਭਾਗ ਦੇ ਵਿੱਚ। ਕਾਨੂੰਨ ਨਿਰਮਾਣ ਲਈ ਪ੍ਰਸਤਾਵਿਤ ਬਿੱਲ ਕਿੰਨੇ ਵਾਰ ਵਾਚਨ ਹੁੰਦੇ ਨੇ?
ਤੇ ਹੈ ਜੀ 3 ਵਾਰ। ਰਾਸ਼ਟਰਪਤੀ ਕਿੰਨੇ ਸਮੇਂ ਬਾਅਦ ਵਿੱਤ ਆਯੋਗ ਦਾ ਗਠਨ ਕਰਦਾ ਹੈ? ਤਾਂ ਹਰੇਕ 5 ਸਾਲ ਦੇ ਬਾਅਦ ਰਾਸ਼ਟਰਪਤੀ ਜਿਹੜਾ ਵਿੱਤ ਆਯੋਗ ਦਾ ਗਠਨ ਕਰਦਾ ਹੈ। ਅਗਲਾ ਪ੍ਰਸ਼ਨ ਹੈ, ਸੰਵਿਧਾਨ ਸਭਾ ਦੇ ਪ੍ਰਾਰੂਪਣ ਸਮਿਤੀ ਦੇ ਪ੍ਰਧਾਨ ਸੀ ਜੋ ਡਾਕਟਰ ਅੰਬੇਦਕਰ। ਤਾਂ ਇਸ ਸਮਿਤੀ ਦੇ ਮੈਂਬਰਾਂ ਦੀ ਸੰਖਿਆ ਕਿੰਨੀ ਸੀ? ਤਾਂ ਇਸ ਦੇ ਮੈਂਬਰਾਂ ਦੀ ਸੰਖਿਆ ਸੀ ਜਿਹੜੀ ਉਹ 7 ਸੀ। ਭਾਰਤੀ ਸੰਵਿਧਾਨ ਦੀ ਪ੍ਰਸਤਾਵਨਾ ਦੇ ਅਨੁਸਾਰ ਭਾਰਤ ਦੇ ਸ਼ਾਸਨ ਦੀ ਸਰਬ ਉੱਚ ਸੱਤਾ ਕਿਸ ਵਿੱਚ ਮੌਜੂਦ ਹੈ? ਤਾਂ ਇਹ ਜੀ ਭਾਰਤ ਦੀ ਜਨਤਾ ਦੇ ਵਿੱਚ। ਸੰਵਿਧਾਨ ਦੇ ਕਿਸ ਭਾਗ ਦੇ ਵਿੱਚ ਮੌਲਿਕ ਅਧਿਕਾਰਾਂ ਨੂੰ ਸ਼ਾਮਲ ਕੀਤਾ ਗਿਆ? ਤਾਂ ਇਹ ਕੀਤਾ ਗਿਆ ਜੀ ਭਾਗ 3 ਦੇ ਵਿੱਚ। ਸੋ ਦੋਸਤੋ ਇਹ ਅਗਲੇ ਭਾਗ ਦੇ ਅਗਲੇ ਮੋਸਟ ਇੰਪੋਰਟੈਂਟ ਕੁਐਸਚਨ ਸੀ। ਕੰਟੀਨਿਊ ਤੁਹਾਨੂੰ ਇਹ ਭਾਗ ਨੇ ਜਿਹੜੇ ਪ੍ਰੋਵਾਈਡ ਕਰਦੇ ਰਹਾਂਗੇ। ਜਲਦੀ ਤੁਹਾਨੂੰ ਹਿਸਟਰੀ, ਜਿਓਗ੍ਰਾਫੀ ਅਤੇ ਇੰਡੀਅਨ ਪੋਲਿਟੀ ਦੇ ਹੋਰ ਜੋ MCQ ਪ੍ਰਸ਼ਨ ਉੱਤਰ ਨੇ ਉਹ ਵੀ ਪ੍ਰੋਵਾਈਡ ਕਰਾਂਗੇ। ਤਾਂ ਪਹਿਲਾਂ ਇਹ ਕੁਐਸਚਨ ਜਿਹੜੇ ਮੋਸਟ ਇੰਪੋਰਟੈਂਟ ਨੇ, ਬਹੁਤ ਜ਼ਰੂਰੀ ਨੇ, ਇਸ ਕਰਕੇ ਤੁਹਾਨੂੰ ਇਹ 1 ਲਾਈਨਰ ਕੁਐਸਚਨ ਜਿਹੜੇ ਸੀ ਪ੍ਰੋਵਾਈਡ ਕਰ ਰਹੇ ਹਾਂ। ਸੋ 10 ਵਜੇ SST ਦੀ ਕਲਾਸ ਜਿਹੜੀ ਹੋਇਆ ਕਰੇਗੀ ਅਤੇ 3 ਵਜੇ ਪੈਡਾਗੋਜੀ ਦੀ। ਸੋ ਦੋਨੋਂ ਟਾਈਮ ਤੁਸੀਂ ਆਪਣਾ ਸ਼ਡਿਊਲ ਜ਼ਰੂਰ ਬਣਾ ਲਿਓ। ਬਾਕੀ ਅਗਰ SST ਦੀ ਕਲਾਸ ਹੈ ਜਿਹੜੀ ਉਹ ਸਮਾਂ ਚੇਂਜ ਕਰਨਾ ਤਾਂ ਕਮੈਂਟ ਜ਼ਰੂਰ ਕਰ ਲਿਓ। ਅਗਰ 8 ਵਜੇ ਕਰਨਾ ਜਾਂ 8:30 ਕਰਨਾ ਜਾਂ 9 ਵਜੇ ਕਰਨਾ ਤਾਂ ਜ਼ਰੂਰ ਤੁਸੀਂ ਕਮੈਂਟ ਕਰ ਸਕਦੇ ਹੋ। ਅਗਰ 10 ਵਜੇ ਹੀ ਰੱਖਣਾ ਹੈ ਤਾਂ 10 ਵਜੇ ਜਿਹੜੀ SST ਦੀ ਕਲਾਸ ਜਿਹੜੀ ਤੁਹਾਡੀ ਹੋ ਜਾਇਆ ਕਰੇਗੀ। ਸੋ ਵੀਡੀਓ ਚੰਗੀ ਲੱਗੇ ਲਾਈਕ, ਕਮੈਂਟ ਅਤੇ ਅੱਗੇ ਸ਼ੇਅਰ ਜ਼ਰੂਰ ਕਰ ਦਿਆ ਕਰੋ। ਧੰਨਵਾਦ ਜੀ।